ਭਾਰਤ ਵਿੱਚ ਇੱਕ ਭਗਤੀ ਕਾਲ ਦਾ ਦੌਰ ਰਿਹਾ ਹੈ, ਜਿਸ ਵਿੱਚ ਸਮਸਤ ਭਾਰਤ ਵਿੱਚ ਥਾਂ ਥਾਂ ਤੇ ਉੱਗੇ ਭਗਤ ਬ੍ਰਹਮ ਗਿਆਨੀ ਪੈਦਾ ਹੋਏ। ਉਹਨੂੰ ਆਮ ਦਾਰਸ਼ਨਿਕ ਭਗਤੀ ਕਾਲ ਕਹਿੰਦੇ ਨੇ। ਬੰਗਾਲ ਵਿੱਚ ਜੈਦੇਵ ਹੋਏ, ਮਹਾਰਾਸ਼ਟਰ ਵਿੱਚ ਸ਼੍ਰੀ ਨਾਮਦੇਵ, ਉੱਤਰੀ ਭਾਰਤ ਵਿੱਚ ਕਬੀਰ, ਰਾਮਾਨੰਦ, ਪਰਮਾਨੰਦ, ਰਵਿਦਾਸ ਜੈਸੇ ਉੱਗੀਆਂ ਹਸਤੀਆਂ ਨੇ ਭਗਤੀ ਭਾਵ ਦੇ ਗੀਤ ਗਾ ਕੇ ਹਿਰਦਿਆਂ ਨੂੰ ਅੰਦੋਲਿਤ ਕੀਤਾ। ਉੱਥੇ ਪੰਜਾਬ ਵਿੱਚ ਬਾਬਾ ਫਰੀਦ ਦੇ ਅਮਰ ਕਲਾਮ ਨੇ ਅਮਰ ਜ਼ਿੰਦਗੀ ਦੀ ਪ੍ਰੇਰਨਾ ਦਿੱਤੀ। ਭਗਤ ਸਿਰਮੌਰ ਸ਼੍ਰੀ ਰਵਿਦਾਸ ਜੀ ਮਹਾਰਾਜ ਚਮਾਰ ਘਰਾਣੇ ਨਾਲ ਤਾਲੁਕ ਰੱਖਦੇ ਨੇ ਔਰ ਉਸ ਜ਼ਮਾਨੇ 'ਚ ਜਦ ਆਪ ਨੇ ਭਗਤੀ ਭਾਵਨਾ ਦੇ ਗੀਤ ਆਰੰਭ ਕੀਤੇ, ਸ਼ੂਦਰਾਂ ਲਈ, ਖਾਸ ਕਰਕੇ ਚਮਾਰਾਂ ਲਈ ਧਾਰਮਿਕ ਮੰਦਿਰਾਂ ਦੇ ਦਰਵਾਜ਼ੇ ਬੰਦ ਸਨ। ਪੂਰਬਲੇ ਸੰਸਕਾਰਾਂ ਦੇ ਕਾਰਨ ਰਵਿਦਾਸ ਜਨਮ ਤੋਂ ਹੀ ਭਗਤੀ ਭਾਵ ਤੇ ਹਲੀਮ ਤਬੀਅਤ ਦੇ ਮਾਲਕ ਸਨ। ਆਪ ਦੀ ਮਾਤਾ ਦਾ ਨਾਂ ਇਤਿਹਾਸਕਾਰਾਂ ਨੇ ਧੁਰਬਿਨੀਆ ਲਿਖਿਆ ਹੈ ਔਰ ਪਿਤਾ ਦਾ ਨਾਂ ਰਾਮ। ਜਨਮ ਤੋਂ ਹੀ ਸੀਲ ਸੁਭਾਅ, ਹਸਮੁਖ, ਹਲੇਮ ਤਬੀਅਤ ਆਪ ਦੇ ਬਚਪਨੇ ਦੇ ਨਿਖਾਰ ਤੇ ਗੁਣ ਸਨ। ਸਹਿਜੇ ਸਹਿਜੇ ਉਮਰ ਦੇ ਵਧਣ ਦੇ ਨਾਲ ਨਾਲ ਆਪ ਦਾ ਭਗਤੀ ਭਾਵ ਵੀ ਵੱਧਦਾ ਗਿਆ, ਆਪ ਦਾ ਈਸ਼ਵਰੀ ਗਿਆਨ ਵੀ ਵੱਧਦਾ ਗਿਆ ਔਰ ਆਪ ਦੀ ਈਸ਼ਵਰੀ ਲਗਨ ਨੇ ਵੀ ਵਾਧਾ ਕੀਤਾ। ਪੇਸ਼ੇ ਕਰਕੇ ਚੂੰਕਿ ਪਿਤਾ ਚਮਾਰ ਸਨ ਔਰ ਚਮੜੇ ਦਾ ਕੰਮ ਕਰਦੇ ਸਨ, ਨਵੀਆਂ ਜੁੱਤੀਆਂ ਬਣਾਉਂਦੇ ਸਨ ਔਰ ਮੋਏ ਹੋਏ ਢੋਰਾਂ ਦਾ ਚਮੜਾ ਲਾ ਕੇ ਖਲੜੀ ਪਕਾ ਕੇ ਉਹ ਬਕਾਇਦਾ ਚਮੜੇ ਦਾ ਵਪਾਰ ਵੀ ਕਰਦੇ ਸਨ। ਸ਼੍ਰੀ ਰਵਿਦਾਸ ਨੇ ਵੀ ਪੇਸ਼ਾ ਪਿਤਾ ਤੋਂ ਹੀ ਅਪਣਾਇਆ, ਲਿਹਾਜ਼ਾ ਆਪ ਨੇ ਬਨਾਰਸ ਦੀ ਚੌਕ ਵਿੱਚ ਬੈਠ ਕੇ ਜੁੱਤੀਆਂ ਗੰਢਣਾ ਇਹ ਪੇਸ਼ਾ ਅਖਤਿਆਰ ਕੀਤਾ। ਲੇਕਿਨ ਕਮਾਲ ਦੀ ਗੱਲ ਇਹ ਹੈ ਕਿ ਆਪ ਦਾ ਇਹ ਧੰਦਾ ਵੀ ਧਰਮ ਹੀ ਸੀ। ਜਿਤਨੀ ਦੇਰ ਵਿੱਚ ਆਪ ਲੋੜਵੰਦ ਦੀ ਜੁੱਤੀ ਗੰਢਦੇ ਸਨ, ਉਤਨੀ ਦੇਰ ਵਿੱਚ ਪ੍ਰਭੂ ਗੀਤ ਸੁਣਾ ਕੇ, ਪ੍ਰਭੂ ਚਰਚਾ ਸੁਣਾ ਕੇ ਅਗਲੇ ਦਾ ਦਿਲ ਦਿਮਾਗ ਵੀ ਪ੍ਰਭੂ ਨਾਲ ਗੰਢ ਦਿੰਦੇ ਸਨ। ਜੁੱਤੀ ਗੰਢਣਾ ਤੇ ਦਿਲ ਦਿਮਾਗ ਨੂੰ ਪ੍ਰਭੂ ਨਾਲ ਗੰਢਣਾ ਇਹ ਇੱਕੋ ਹੀ ਸਮੇਂ ਚੱਲਦਾ ਸੀ। ਧੰਦੇ ਦੇ ਉੱਤੇ ਧਰਮ ਦੀ ਮੋਹਰ ਸੀ, ਜਿਸ ਕਰਕੇ ਧੰਦਾ ਪਵਿੱਤਰ ਹੋ ਗਿਆ ਸੀ, ਪਾਵਨ ਹੋ ਗਿਆ ਸੀ। ਆਪ ਨੇ ਆਪਣੀ ਬਾਣੀ ਵਿੱਚ ਆਪਣੇ ਪੇਸ਼ੇ ਨੂੰ ਤੇ ਆਪਣੀ ਜ਼ਾਤ ਨੂੰ ਛੁਪਾਇਆ ਨਹੀਂ ਹੈ। ਆਪ ਸਾਫ਼ ਕਹਿੰਦੇ ਨੇ, ਮੇਰੀ ਜਾਤ ਕਮੀਨੀ, ਪਾਤ ਕਮੀਨੀ, ओछा जन्म हमारा, तुम शरणागत राजा रामचंद कहे रविदास चमारा। ਇਹ ਗੱਲ ਵੱਖਰੀ ਹੈ ਕਿ ਹਰ ਜ਼ਾਤ, ਹਰ ਵਰਨ ਵਿੱਚ ਭਗਤ ਬ੍ਰਹਮ ਗਿਆਨੀ ਪੈਦਾ ਹੋਏ, ਲੇਕਿਨ ਇਸ ਦੇਸ਼ ਦੀ ਵਿਪਰੀਤੀ ਅਨੁਸਾਰ ਬਣਾਇਆ ਹੋਇਆ ਵਰਨ ਵੰਡ, ਉਹਦੀਆਂ ਜੜਾਂ ਇਤਨੀਆਂ ਮਜ਼ਬੂਤ ਸਨ ਕਿ ਅਗਰ ਕੋਈ ਚਮਾਰ ਘਰਾਣੇ ਵਿੱਚ ਬ੍ਰਹਮ ਗਿਆਨੀ ਪੈਦਾ ਹੋ ਜਾਏ ਤਾਂ ਚਮਾਰ ਹੀ ਅਕਸਰ ਉਸ ਦੇ ਆਲੇ ਦੁਆਲੇ ਬੈਠਦੇ ਸਨ, ਬਾਕੀ ਦੂਰ ਹੀ ਰਹਿੰਦੇ ਸਨ ਔਰ ਇਹ ਅੱਜ ਤੱਕ ਵੀ ਦੇਖਣ ਨੂੰ ਮਿਲਦਾ ਹੈ। तमाम ਜੁਲਾਹੇ ਕਬੀਰ ਦੇ ਕੋਲ ਜਾ ਬੈਠੇ ਔਰ ਇਸੇ ਤਰੀਕੇ ਨਾਲ ਛਿੰਬਿਆਂ ਨੇ ਨਾਮਦੇਵ ਨੂੰ ਆਪਣਾ ਧਾਰਮਿਕ ਮੁਖੀ ਮੰਨ ਲਿਆ। ਇਹ ਵੀ ਇੱਕ ਤਰੀਕੇ ਨਾਲ ਉਹ ਜੋ ਬਣੀ ਹੋਈ ਵਰਨ ਵੰਡ ਦੀ ਪਰੰਪਰਾ ਸੀ, ਉਹਦੀ ਹੀ ਸੂਖਸ਼ਮ ਰੂਪ ਵਿੱਚ ਮਨੌਤ ਹੈ। ਦਰਅਸਲ ਮਨੁੱਖ ਜ਼ਿਆਦਾ ਧਨ ਤੋਂ ਪ੍ਰਭਾਵਿਤ ਹੁੰਦਾ ਹੈ। ਧਨਵਾਨ ਘਰਾਣੇ 'ਚ ਅਗਰ ਕੋਈ ਬ੍ਰਹਮ ਗਿਆਨੀ ਪੈਦਾ ਹੋਇਆ ਤਾਂ ਫਿਰ ਉਹ ਅਵਤਾਰ ਕਹਿਲਾਇਆ ਹੈ, ਤੇ ਗਰੀਬ ਦੇ ਘਰ ਵਿੱਚ ਅਗਰ ਕੋਈ ਬ੍ਰਹਮ ਗਿਆਨੀ ਪੈਦਾ ਹੋਇਆ
ਤੇ ਉਹਨੂੰ ਭਗਤ ਤੇ ਮੰਨਿਆ, ਪਰ ਬਹੁਤ ਲੰਬੀ ਚੌੜੀ ਇਕੱਠ ਭੀੜ ਉਸ ਦੇ ਆਲੇ ਦੁਆਲੇ ਇਕੱਠੀ ਨਹੀਂ ਹੋ ਸਕੀ। ਮਹਾਤਮਾ ਬੁੱਧ ਦੇ ਨਾਲੋਂ ਰਵਿਦਾਸ ਦਾ ਗਿਆਨ ਘੱਟ ਨਹੀਂ ਹੈ। ਸ਼੍ਰੀ ਰਾਮ ਦੇ ਨਾਲੋਂ ਰਵਿਦਾਸ ਦੀ ਸੋਚਣੀ ਤੇ ਮਰਿਆਦਾ ਘੱਟ ਨਹੀਂ ਹੈ। ਕ੍ਰਿਸ਼ਨ ਦੇ ਗੀਤਾਂ ਨਾਲੋਂ ਰਵਿਦਾਸ ਦੇ ਗੀਤ ਕੋਈ ਕਮਜ਼ੋਰ ਨਹੀਂ ਨੇ, ਪਰ ਉਹ ਰਾਜ ਘਰਾਣਿਆਂ ਨਾਲ ਤਾਲੁਕ ਰੱਖਦੇ ਨੇ, ਰਾਜਪੁੱਤਰ ਨੇ। ਇਸ ਵਾਸਤੇ ਉਹ ਅਵਤਾਰ ਕਲਾਏ। ਇਹ ਚਮਾਰ ਘਰਾਣੇ 'ਚ ਪੈਦਾ ਹੋਇਆ, ਚਮਾਰਾਂ ਦਾ ਪੁੱਤਰ ਹੈ। ਭਗਤ ਮੰਨਿਆ ਵੀ ਤਾਂ ਵੀ ਬਹੁਤ ਟੇੜੇ ਵਿੰਗੇ ਢੰਗ ਨਾਲ। ਆਮ ਭਗਤਾਂ ਦੀ ਤਰ੍ਹਾਂ ਆਪ ਦਾ ਜੀਵਨ ਵੀ ਅਨੇਕਾਂ ਤਰ੍ਹਾਂ ਦੇ ਸੰਘਰਸ਼ ਤੋਂ ਲੰਘਿਆ। ਸਮਾਜਿਕ ਸਤਲ ਦਾ ਸੰਘਰਸ਼ ਖੜਾ ਹੋ ਗਿਆ ਔਰ ਧਾਰਮਿਕ ਵਿਰੋਧਤਾ ਵੀ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਪ੍ਰੋਹਤ ਆੜੇ ਆਏ। ਔਰ ਆਮ ਹੈ, ਸ੍ਰੇਸ਼ਟ ਪੁਰਸ਼ਾਂ ਦੀ ਤਰ੍ਹਾਂ ਇਹਨਾਂ ਦੇ ਉੱਤੇ ਵੀ ਝੂਠੇ ਦੂਸ਼ਣ ਲੱਗਦੇ ਰਹੇ। ਇੱਕ ਆਮ ਗਾਥਾ ਹੈ ਕਿ ਆਪ ਦੇ ਗੀਤਾਂ ਤੋਂ, ਆਪ ਦੀਆਂ ਵਿਚਾਰਾਂ ਤੋਂ ਪ੍ਰਭਾਵਿਤ ਹੋਈ ਝਾਲਾਵਾੜ ਦੀ ਮਹਾਰਾਣੀ। ਉਸਨੇ ਝਾਲਾਵਾੜ ਆਪ ਨੂੰ ਬੁਲਾਇਆ। ਰਵਿਦਾਸ ਜੀ ਉਸ ਦੀ ਭਗਤੀ ਭਾਵਨਾ ਵੇਖ ਕੇ, ਉਹਦੀ ਸ਼ਰਧਾ ਵੇਖ ਕੇ ਪਹੁੰਚੇ। ਰਵਿਦਾਸ ਦੀ ਆਮਦ ਦੇ 'ਚ ਝਾਲਾਵਾੜ ਦੀ ਮਹਾਰਾਣੀ ਨੇ ਬ੍ਰਹਮ ਭੋਜ ਕੀਤਾ, तमाम ਬ੍ਰਾਹਮਣਾਂ ਨੂੰ ਨੌਤਾ ਦਿੱਤਾ। तमाम ਬ੍ਰਾਹਮਣ ਪੁੱਜੇ, ਲੇਕਿਨ ਜਦ ਬ੍ਰਾਹਮਣਾਂ ਨੂੰ ਪਤਾ ਚੱਲਿਆ ਕਿ ਜਿਸ ਨੂੰ ਬੁਲਾਇਆ ਗਿਆ ਤੇ ਜਿਸ ਦੇ ਗੀਤ ਤੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਇਹ ਸਾਰਾ ਸਮਾਰੋਹ ਰਚਿਆ ਗਿਆ, ਉਹ ਤੇ ਇੱਕ ਚਮਾਰ ਹੈ, ਉਹ ਤੇ ਸ਼ੂਦਰ ਹੈ, तो विरोधता ते खड़े हो गए और कहने लगे, जितने तक इस चमार चों, इस चमार नूं महल चों कढ़िया नहीं जांदा, असी भोजन नहीं छकांगे, असी दक्षिणा नहीं लवांगे। महाराणी दुबदा च पै गई। जे भगत नूं रख दीए ते ब्राह्मण रुस के जांदे ने, ते जे ब्राह्मणा नूं रख दीए तां फिर भगत दा सत्कार नहीं रहिंदा, भगत दा सन्मान नहीं रहिंदा। इस तरह दी दुबदा विच पई होई महाराणी नूं वेख के रविदास ने कह दिता, अच्छा मैं इस ब्रह्म भोज दी पंक्ति दे च नहीं बैठता। आप एक पासे हो गए। लेकिन जद ब्राह्मण भोजन छकन लगे पंगत दे च बैठ के, ते की देखते ने एक एक ब्राह्मण दे नाल रविदास बैठा है। एक कला वेख के सारे ब्राह्मण रविदास दे पैरी आके पै। इत्थे ही रविदास नूं कहना पिया, ऐसी लाल तुझ बिन कौन करे, गरीब निवाज गुसैया मेरो माथे छतर धरे। हे प्रभु, मैं ते एक नीच सी, अछूत सी, जां की छोत जगत को लागे, तां पर तू ही धरे। जिसदी छोत लोकी मनदे सन, जिन्हों अछूत करके लोकी ठुकरांदे सन, ओदे सुर दे उत्ते तू मान सन्मान दा छतर रख दिता। इस तरह दी मान वडियाई परिपूर्ण परमात्मा ने रविदास नूं बख्शिश कीती। और हकीकत है कि भगतां नूं हमेशा ही प्रभु सन्मान देंदा रहा, वडियाई देंदा रहा। एक दफा बनारस दे विच आप दी ब्राह्मणां नाल चर्चा हुई, चर्चा दी मुठभेड़। विप्र ब्राह्मणा ने, पुरोहिता ने साफ कह दिता कि चमार दा कोई हक नहीं किसी नूं धार्मिक उपदेश देना, चमार दा कोई हक नहीं पूजा पाठ करना। उस वक्त रविदास कहंदे ने कि मैं हुण पावन हां, पवित्र हां, भावें मेरा पेशा
ਚਮੜੇ ਦੀ ਜੁੱਤੀਆਂ ਬਣਾਉਣਾ ਹੈ, ਲੇਕਿਨ ਫਿਰ ਵੀ ਮੈਂ ਪਾਵਨ ਹਾਂ, ਪਵਿੱਤਰ ਹਾਂ। ਕੈਸੇ? ਰਵਿਦਾਸ ਨੇ ਇਹ ਵੀ ਕਹਿ ਦਿੱਤਾ ਕਿ ਤੁਸੀਂ ਪਾਵਨ ਨਹੀਂ ਹੋ, ਮੈਂ ਪਾਵਨ ਹਾਂ। ਤੁਸੀਂ ਪਵਿੱਤਰ ਨਹੀਂ ਹੋ, ਮੈਂ ਪਵਿੱਤਰ ਹਾਂ। ਇਸ ਨਾਲ ਤੇ ਉਤੇਜਿਤ ਹੋਣਾ ਹੀ ਸੀ ਸਾਰੇ ਪ੍ਰੋਹਿਤ ਲੋਕਾਂ ਨੇ। ਤੋ ਰਵਿਦਾਸ ਬੜੇ ਸੁੰਦਰ ਨਾਲ ਢੰਗ ਨਾਲ ਪ੍ਰੋਹਿਤਾਂ ਨੂੰ ਸਮਝਾਉਂਦੇ ਨੇ। ਆਪ ਫਰਮਾਨ ਕਰਦੇ ਨੇ, ਸੁਰਸਰੀ ਸਲ ਕ੍ਰਿਤ ਬਾਰ ਨੀਰੇ ਤੇ ਸੰਤ ਜਨ ਕਰਤ ਨਹਿ ਪਾਨੰ। ਅਗਰ ਗੰਗਾ ਦੇ ਜਲ ਦੀ ਸ਼ਰਾਬ ਬਣਾਈ ਜਾਏ ਤੇ ਕਿਸੇ ਸੰਤ ਦੇ ਅੱਗੋਂ ਪੇਸ਼ ਕੀਤੀ ਜਾਏ ਤੇ ਸੰਤ ਨੇ ਕਹਿ ਦੇਣਾ, ਠੀਕ ਹੈ, ਇਹ ਗੰਗਾ ਜਲ ਦੀ ਬਣਾਈ ਗਈ ਹੈ, ਪਰ ਗੰਗਾ ਜਲ ਨਹੀਂ ਰਿਹਾ, ਉਹ ਸ਼ਰਾਬ ਹੋ ਗਿਆ, ਅਪਵਿੱਤਰ ਹੋ ਗਿਆ, ਮੈਂ ਨਹੀਂ ਪੀਆਂਗਾ। ਸੰਤ ਠੋਕਰ ਮਾਰ ਦੇਗਾ, ਚਾਹੇ ਉਹ ਸ਼ਰਾਬ ਗੰਗਾ ਦੇ ਜਲ ਦੀ ਕਿਉਂ ਨਹੀਂ ਬਣੀ ਹੋਈ। ਸੁਰਸਰੀ ਸਲਲ ਕ੍ਰਿਤ ਬਾਰ ਨੀਰੇ ਤੇ ਸੰਤ ਜਨ ਕਰਤ ਨੈ ਪਾਨ। ਸੁਰਾ ਅਪਵਿੱਤਰ ਨਤ ਅਵਰ ਜਲ ਰੇ, ਸੁਰਸਰੀ ਮਿਲਤ ਨੈ ਹੋਤ ਆਨੰ। ਉਹੀ ਸ਼ਰਾਬ ਦੀ ਬੋਤਲ ਜੇ ਵਗਦੀ ਹੋਈ ਗੰਗਾ ਦੇ ਚ ਉੰਡੇਲ ਦਿੱਤੀ ਜਾਏ ਤਾਂ ਉਸ ਗੰਗਾ ਦਾ ਜਲ ਸੰਤ ਪੀਵੇਗਾ ਵੀ ਸਹੀ, ਸੰਤ ਇਸ਼ਨਾਨ ਵੀ ਕਰੇਗਾ। ਕਿਉਂ ਕਿ ਹੁਣ ਗੰਦੇ ਨਾਲੇ ਤੇ ਗੰਦੀ ਸ਼ਰਾਬ ਗੰਗਾ ਦੇ ਚ ਮਿਲ ਕੇ ਗੰਗਾ ਦਾ ਰੂਪ ਧਾਰਨ ਕਰ ਚੁੱਕੇ ਨੇ। ਹੂ ਬਹੁ ਰਵਿਦਾਸ ਨੇ ਕਿਹਾ, ਭਾਵੇਂ ਤੁਸੀਂ ਨਿਰਮਲ ਗੰਗਾ ਦੀ ਤਰ੍ਹਾਂ ਸੀ, ਲੇਕਿਨ ਹੁਣ ਤੁਸੀਂ ਸ਼ਰਾਬ ਦੀ ਤਰ੍ਹਾਂ ਬਣ ਗਏ ਹੋ, ਗੰਗਾ ਤੋਂ ਵੱਖ ਹੋ। ਭਾਵੇਂ ਮੈਂ ਸ਼ਰਾਬ ਦੀ ਬੋਤਲ ਦੀ ਤਰ੍ਹਾਂ ਸੀ, ਪਰ ਮੈਂ ਗੰਗਾ ਦੇ ਚ ਲੀਨ ਹੋ ਕੇ ਗੰਗਾ ਦਾ ਰੂਪ ਹੋ ਗਿਆ, ਪਾਵਨ ਹੋ ਗਿਆ, ਪਵਿੱਤਰ ਹੋ ਗਿਆ। ਭਾਵੇਂ ਮੈਂ ਅਛੂਤ ਘਰਾਣੇ ਚ ਪੈਦਾ ਹੋਇਆ ਤਾਂ ਵੀ ਮੈਂ ਪਵਿੱਤਰ ਹਾਂ। ਭਾਵੇਂ ਤੁਸੀਂ ਬ੍ਰਾਹਮਣ ਘਰ ਦੇ ਜਨਮੇ ਹੋ ਤਾਂ ਵੀ ਅਛੂਤ ਹੋ। ਇਸ ਢੰਗ ਦੀ ਹੌਸਲਾਮੰਦ ਔਰ ਬੜੇ ਦਾਰਸ਼ਨਿਕ ਢੰਗ ਨਾਲ ਗੱਲ ਕਰਨੀ ਇਸ ਗੱਲ ਤੋਂ ਸਬੂਤ ਹੈ ਕਿ ਇਹ ਵਿਦਿਆ ਅਨੁਭਵੀ ਸੀ। ਦਰਅਸਲ ਵਿਦਿਆ ਹੁੰਦੀ ਹੀ ਦੋ ਤਰ੍ਹਾਂ ਦੀ ਹੈ, ਇੱਕ ਤੇ ਹੋ ਕਿਤਾਬੀ ਵਿਦਿਆ, ਅਕਸ਼ਰੀ ਵਿਦਿਆ, ਇੱਕ ਉਹ ਜੋ ਅਨੁਭਵੀ ਵਿਦਿਆ ਹੈ। किताबी विद्या इंज है जैसे हौज दा पानी, और अनुभवी विद्या ऐसी है जैसे झरनियां दा जल जो पहाड़ां दे चों सोमे निकलदे ने। ईश्वर दा चिंतन करदियां करदियां जद मनुख दी सुरत ईश्वर दे च लीन आउंदी है ते ओदे अंदरों ज्ञान दे झरने फुट पैंदे ने। चौक दे च बैठे आप जुतियां गंढ रहे सन। एक जुत्ती गंढाउण आया है, उन्हें तर्क खड़ी कर दी, बे सुन चमारा, आखिर गंढदा ते तू जुतियां ही है, भगत केड़ी गल दा बनिया है। उत्थे रविदास कहंदे ने, चमर ठा गांठ न जाना ही, मैं जुत्ती गंढना जानदा ही नहीं। लोग गठावें पनाही, लोग गठांदे ने पैरां दी जुत्ती, जद के मैं जुत्ती गंढना जानदा ही नहीं। और अखीर दे च शब्द दे च कहंदे ने, लोग गंठ गंठ खराब गोचा, हों बिन गंठे जाए पहुंचा। बहुत कीमती गल रहस ते रमज दे च श्री रविदास जी महाराज कह गए ने। आप कहंदे ने, शरीर एक चमड़े दी मड़ी हुई जुत्ती ते है, होर की है। और ऐसा होंदा है कि कदी पुत्रां नालों टुटदी है ते बंदा फिर गंढदा है, मित्रां नाल टुटदी है बंदा फिर गंढदा है, भरावां नाल टुटदी है बंदा फिर गंढदा है, पत्नी नाल टुटदी है, पति नाल टुटदी है, और टुटण ते फिर बंदा उसनू गंढदा है। रविदास कहने, मैं देखदा ये जुत्ती रोज टुटदी है, ये जुत्ती लोकी रोज गंढांदे ने। लोग गंठ गंठ खड़ा बेगोचा,
ਲੋਕ ਇਸ ਤਰ੍ਹਾਂ ਇਸ ਜੁੱਤੀ ਨੂੰ ਰੋਜ਼ ਗੰਢਾ ਗੰਢਾ ਕੇ ਖੱਜਲ ਖੁਆਰ ਹੋ ਰਹੇ ਨੇ, ਪਰੇਸ਼ਾਨ ਹੋ ਰਹੇ ਨੇ, ਦੁਖੀ ਹੋ ਰਹੇ ਨੇ। ਹੋ ਬਿਨ ਗੰਠੇ ਜਾਏ ਪਹੁੰਚਾ, ਮੈਂ ਬਿਨਾਂ ਗੰਢਿਆਂ ਹੀ ਪ੍ਰਮਾਤਮਾ ਦੇ ਦਰ ਤੇ ਪਹੁੰਚ ਗਿਆ, ਅਕਾਲ ਪੁਰਖ ਦੇ ਦਰ ਤੇ ਪਹੁੰਚ ਗਿਆ। ਮੈਂ ਕਿਸੇ ਨਾਲ ਵੀ ਨਹੀਂ ਗੰਢੀ, ਔਰ ਮੈਂ ਐਸੇ ਅਕਾਲ ਪੁਰਖ ਪ੍ਰਮਾਤਮਾ ਨਾਲ ਗੰਢ ਪਾਈ ਹੈ ਜਿਹੜੀ ਟੁੱਟਦੀ ਨਹੀਂ। ਤੋਰੀ न टूटे छोरी न छूटे, ऐसी माधो खिंचत ने, साची प्रीत हम तुम सो जोरी, तुम सो जोर अवर संग तोरी। ਇਹ ਭਗਤ ਰਵਿਦਾਸ ਜੀ ਮਹਾਰਾਜ ਦਾ ਸ਼ਬਦ ਹੈ। ਆਪ ਇਸ ਸ਼ਬਦ ਵਿੱਚ ਕਹਿੰਦੇ ਨੇ, ਤੁਮਰੇ ਭਜਨ ਕਟੇ ਜਮ ਫਾਸਾ, ਭਗਤ ਹੇਤ ਗਾਵੇ ਰਵਿਦਾਸਾ। ਭਗਤੀ ਭਾਵ ਨਾਲ, हे ਪ੍ਰਭੂ ਮੈਂ ਤੇਰੇ ਗੀਤ ਗਾ ਰਿਹਾ, ਕਿਉਂਕਿ ਮੈਨੂੰ ਇਹ ਬੋਧ ਹੋਇਆ ਕਿ ਤੇਰਾ ਭਜਨ, ਤੇਰੇ ਭਗਤੀ ਭਾਵਨਾ ਦੇ ਭਰੇ ਹੋਏ ਗੀਤ ਜਮਾਂ ਦੀ ਫਾਈ ਨੂੰ ਕੱਟ ਦਿੰਦੇ ਨੇ। ਜਮਾਂ ਦੀ ਫਾਈ, ਜਨਮਾਂ ਦੀ ਫਾਈ, ਬਾਰ-ਬਾਰ ਜੰਮਣਾ, ਬਾਰ-ਬਾਰ ਮਰਨਾ। ਦਰਅਸਲ ਇਸ ਦੇਸ਼ ਦੇ ਵਿੱਚ ਜਿਤਨੇ ਵੀ ਧਾਰਮਿਕ ਮਤ ਭਗਤ ਸੰਤ ਪੈਦਾ ਹੋਏ ਨੇ, ਉਹਨਾਂ ਨੇ ਸਭ ਤੋਂ ਵੱਡਾ ਦੁੱਖ ਹੀ ਮੰਨਿਆ ਬਾਰ-ਬਾਰ ਦਾ ਜੰਮਣਾ ਤੇ ਬਾਰ-ਬਾਰ ਦਾ ਮਰਨਾ। ਜੰਮਣ ਮਰਨਾ ਬਹੁਤ ਵੱਡਾ ਦੁੱਖ, ਤੇ ਸਭ ਤੋਂ ਵੱਡਾ ਸੁਖ ਪਰਮ ਆਨੰਦ ਕੀ? ਜਨਮ ਮਰਨ ਦੀ ਨਿਵਰਤੀ, ਜਨਮ ਮਰਨ ਤੋਂ ਛੁਟਕਾਰਾ। ਸਾਹਿਬਾਂ ਦੀ ਬਾਣੀ ਦਾ ਫੈਸਲਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ, ਪ੍ਰਭ ਜਨਮ ਮਰਨ ਨਿਵਾਰ, ਹਾਰ ਭਰਿਓ ਦੁਆਰ। ਦਰਅਸਲ ਇਸ ਨੂੰ ਸਭ ਤੋਂ ਵੱਡਾ ਦੁੱਖ ਕਿਉਂ ਮੰਨਿਆ ਗਿਆ? ਜੈਸੇ ਕੋਈ ਇੱਕ ਪਹਿਲੀ ਕਲਾਸ ਵਿੱਚ ਬੱਚਾ ਪੜ੍ਹ ਰਿਹਾ ਹੈ, ਸਾਲ ਮਿਹਨਤ ਕਰਕੇ ਉਹ ਦੂਜੀ ਚ ਆਇਆ ਹੈ, ਤੀਜੀ ਚ ਆਇਆ ਹੈ, ਚੌਥੀ ਚ ਆਇਆ ਹੈ, ਪੰਜਵੀਂ ਚ ਆਇਆ ਹੈ। ਇਸ ਤਰ੍ਹਾਂ ਲਗਾਤਾਰ 9-10 ਸਾਲ ਮਿਹਨਤ ਕਰਕੇ ਅੱਜ ਬੈਠਾ ਹੈ 10ਵੀਂ ਕਲਾਸ ਦੇ ਵਿੱਚ, ਤੇ ਉਸ ਨੂੰ ਕਹਿ ਦਿੱਤਾ ਜਾਏ ਬਈ ਕੱਲ ਤੋਂ ਤੂੰ ਪਹਿਲੀ ਕਲਾਸ ਦੇ ਵਿੱਚ ਬੈਠ। ਜਿਹੜੀਆਂ ਕਿਤਾਬਾਂ ਪੜ੍ਹ ਚੁੱਕੇ ਹੈ ਉਹ ਫਿਰ ਪੜ੍ਹ, ਜਿਨ੍ਹਾਂ ਕਲਾਸਾਂ ਚੋਂ ਤੂੰ ਲੰਘ ਚੁੱਕੇ ਹੈ ਫਿਰ ਲੰਘ। ਇਹ ਤੇ ਉਸ ਬੱਚੇ ਲਈ ਸਭ ਤੋਂ ਵੱਡਾ ਦੁੱਖ ਹੈ, ਇਹ ਤੇ ਉਸ ਬੱਚੇ ਲਈ ਸਭ ਤੋਂ ਵੱਡਾ ਕਲੇਸ਼ ਹੈ। ਮਨੁੱਖ ਦਾ ਜਨਮ ਹੁੰਦਾ ਹੈ, ਪੰਗੂੜੇ 'ਚ ਖੇਡਦਾ ਹੈ, ਦੁੱਧ ਚੁੰਗਦਾ ਹੈ, ਅਚੇਤ ਅਵਸਥਾ ਦੇ ਵਿੱਚ ਪਿਆ ਰਹਿੰਦਾ ਹੈ, ਸਹਿਜੇ ਸਹਿਜੇ ਵੱਡਾ ਹੁੰਦਾ ਹੈ, ਖਿਡੌਣਿਆਂ ਨਾਲ ਖੇਡਦਾ ਹੈ, ਹੋਰ ਵੱਡਾ ਹੁੰਦਾ ਹੈ, ਬਾਲ ਸਕਾ ਛੋਟੇ ਛੋਟੇ ਬਾਲਕਾਂ ਨਾਲ ਖੇਡਦਾ ਹੈ, ਹੋਰ ਵੱਡਾ ਹੁੰਦਾ ਹੈ, ਸਕੂਲ ਜਾਂਦਾ ਹੈ, ਵਿਦਿਆਲੇ ਜਾਂਦਾ ਹੈ, ਵਿਦਿਆ ਪੜ੍ਹਦਾ ਹੈ, ਫਿਰ ਜਵਾਨ ਹੁੰਦਾ ਹੈ, ਵਿਆਹਿਆ ਜਾਂਦਾ ਹੈ, ਫਿਰ ਉਸਦੇ ਬੱਚੇ ਹੁੰਦੇ ਨੇ, ਕੰਮ ਧੰਦਿਆਂ ਦੇ ਵਿੱਚ ਇਹ ਪ੍ਰਵਿਰਤ ਹੁੰਦਾ ਹੈ, ਸੁੱਖ ਦੁੱਖ ਦੇ ਵਿੱਚ ਇਹ ਜੀਵਨ ਬਤੀਤ ਕਰਦਾ ਹੈ। ਅੱਜ ਬੁੱਢਾ ਹੋ ਗਿਆ ਹੈ ਤੇ ਫਿਰ ਅੱਜ ਮਰਨ ਲੱਗਿਆ ਹੈ, ਤੇ ਇਹਨੂੰ ਹੁਣ ਕੋਈ ਆਖੇ ਤੂੰ ਮਰ ਕੇ ਫਿਰ ਬੱਚਾ ਬਣਨਾ ਹੈ, ਤੂੰ ਫਿਰ ਖਿਡੌਣਿਆਂ ਦੀ ਖੇਡ ਖੇਡਣੀ ਹੈ, ਤੂੰ ਫਿਰ ਅਚੇਤ ਅਵਸਥਾ ਵਿੱਚ ਪਿਆ ਰਹਿਣਾ ਹੈ, ਤੂੰ ਫਿਰ ਛੋਟੇ ਛੋਟੇ ਬੱਚਿਆਂ ਨਾਲ ਖੇਡਣਾ ਹੈ, ਤੂੰ ਫਿਰ ਸਹਿਜੇ ਸਹਿਜੇ ਵੱਡੇ ਹੋ ਕੇ ਵਿਦਿਆਲੇ ਜਾਣਾ ਹੈ, ਤੂੰ ਫਿਰ ਜਵਾਨ ਹੋਣਾ ਹੈ, ਤੂੰ ਫਿਰ ਵਿਆਹਿਆ ਜਾਣਾ ਹੈ, ਤੂੰ ਫਿਰ ਕੰਮ ਧੰਦਿਆਂ ਦੇ ਵਿੱਚ ਪ੍ਰਵਿਰਤ ਹੋਣਾ ਹੈ, ਤੇ ਇਸ ਤਰ੍ਹਾਂ ਦੁੱਖ ਸੁੱਖ ਦੇ ਜੀਵਨ ਬਤੀਤ ਕਰਦਿਆਂ ਤੂੰ ਫਿਰ ਬੁੱਢੇ ਹੋਣਾ ਹੈ, ਤੇ ਤੂੰ ਫਿਰ ਮਰ ਜਾਣਾ ਹੈ। ਇਹ ਤੇ ਸਭ ਤੋਂ ਵੱਡਾ ਦੁੱਖ ਹੈ। ਜਿਨ੍ਹਾਂ ਕਲਾਸਾਂ ਚੋਂ ਲੰਘ ਚੁੱਕੇ ਹਾਂ ਉਹਨਾਂ ਚੋਂ ਫਿਰ ਲੰਘੀਏ, ਜਿਨ੍ਹਾਂ ਕਿਤਾਬਾਂ ਨੂੰ ਪੜ੍ਹ ਚੁੱਕੇ ਹਾਂ ਉਹ ਫਿਰ ਪੜ੍ਹੀਏ। ਭਗਤ ਰਵਿਦਾਸ ਜੀ ਮਹਾਰਾਜ ਨੇ ਇਹ ਪ੍ਰਾਰਥਨਾ ਕੀਤੀ ਹੈ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜਿਉ, ਚਿਰ ਭਇਓ ਦਰਸ਼ਨ ਦੇਖੇ। हे ਪ੍ਰਭੂ, ਬਹੁਤ ਜਨਮ ਮੈਂ ਵਿਛੜਿਆ ਹੀ ਰਿਹਾ, ਜੰਮਦਾ ਰਿਹਾ, ਮਰਦਾ ਰਿਹਾ, ਜਨਮਦਾ ਰਿਹਾ, ਮਰਦਾ ਰਿਹਾ। ਭਾਰਤ ਵਿੱਚ ਜਿਤਨੇ ਭਗਤ ਸੰਤ ਪੈਦਾ ਹੋਏ ਨੇ ਉਹਨਾਂ ਨੇ ਇਸ ਢੰਗ ਨਾਲ ਪੁਨਰ ਜਨਮ ਨੂੰ ਮੰਨਿਆ, ਤੇ ਭਾਰਤ ਤੋਂ ਬਾਹਰ ਅਗਰ ਕਿਸੇ ਨੇ ਪੁਨਰ ਜਨਮ ਨੂੰ ਮੰਨਿਆ ਤਾਂ ਉਹ ਕੇਵਲ ਸੂਫੀ ਫਕੀਰ ਹੀ ਨੇ। ਜੈਸੇ ਕਿ
ਸ਼ਮਸ ਤਬਰੇਜ਼ ਦਾ ਕਹਿਣਾ ਹੈ, ਬਾਜ਼ ਆਮਦਮ ਤਾ ਯਾਰ ਰਾ ਮਹਿਮਾ ਕੁਨਮ। ਮੈਂ ਬਾਰ-ਬਾਰ ਇਸ ਦੁਨੀਆ ਤੇ ਆਇਆ ਤਾਂ ਕਿ ਖੁਦਾ ਨੂੰ ਆਪਣੇ ਘਰ ਦਾ ਮਹਿਮਾਨ ਬਣਾ ਸਕਾਂ, ਆਪਣੇ ਘਰ ਦੇ ਚ ਲਿਆ ਸਕਾਂ। ਤੇ ਸ਼ਮਸ ਤਬਰੇਜ਼ ਕਹਿੰਦੇ ਨੇ, ਮੇਰਾ ਹਰ ਜਨਮ ਵਿਅਰਥ ਚਲਾ ਜਾਂਦਾ ਰਿਹਾ। ਉਹ ਤੇ ਇੱਥੇ ਤੱਕ ਕਹਿੰਦੇ ਨੇ ਕਿ ਜਦ ਮੈਂ ਸੁਰਤ ਨੂੰ ਪਿੱਛੇ ਲੈ ਜਾਣਾ ਤੇ ਮੈਨੂੰ 9 ਮਾਵਾਂ ਦਿਖਾਈ ਦੇਂਦੀਆਂ ਨੇ ਜਿਨ੍ਹਾਂ ਦੀ ਗੋਦ ਵਿੱਚ ਮੈਂ ਖੇਡ ਚੁੱਕਿਆ, ਜਿਨ੍ਹਾਂ ਨੇ ਪਾਲ ਪੋਸ ਕੇ ਮੈਨੂੰ ਵੱਡਾ ਕੀਤਾ ਸੀ। ਸੁਰਤ ਹੋਰ ਪਿੱਛੇ ਕੀਤੀ ਜਾਏ ਤਾਂ ਹੋਰ ਅਨੇਕਾਂ ਮਾਵਾਂ ਵੀ ਦਿਖਾਈ ਦੇ ਸਕਦੀਆਂ ਨੇ। ਦਰਅਸਲ ਅਧਿਆਤਮਕ ਸ਼ਕਤੀ ਨਾਲ ਜਦ ਬੰਦਾ ਸੁਰਤ ਅੱਗੇ ਕਰਦਾ ਹੈ ਤੇ ਭਵਿਸ਼ ਦੀ ਗੱਲ ਕਰ ਸਕਦਾ ਹੈ, ਪਿੱਛੇ ਕਰੇ ਤਾਂ ਉਹ ਭੂਤਕਾਲ ਦੀ ਗੱਲ ਵੀ ਕਰ ਸਕਦਾ ਹੈ। ਜੈਸੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਚਿਤ੍ਰ ਨਾਟਕ ਦੀ ਕਥਾ ਦੇ ਵਿੱਚ ਸਾਫ਼ ਕਿਹਾ ਕਿ ਮੈਂ ਹੇਮਕੁੰਡ ਦਾ ਤਪੀਸ਼ਵਰ ਸੀ, ਮੈਂ ਉੱਥੇ ਬੈਠ ਕੇ ਤਪ ਕਰਦਾ ਰਿਹਾ। ਇਹ ਸਾਹਿਬਾਂ ਦਾ ਪਿਛੋਕੜ ਹੈ। ਆਪ ਪਿਛੋਕੜ ਦੇ ਚ ਰਿਸ਼ੀ ਸਨ, ਤਪੀਸ਼ਵਰ ਸਨ, ਜਪੀਸ਼ਵਰ ਸਨ, ਔਰ ਉਹ ਵੀ ਹੇਮਕੁੰਡ ਦੇ ਚਪੀਸ਼ਵਰ, ਹੇਮਕੁੰਡ ਦੇ ਤਪੀਸ਼ਵਰ। ਇੱਕ ਗੱਲ ਸਪਸ਼ਟ ਹੋ ਗਈ, ਅਧਿਆਤਮਕ ਸ਼ਕਤੀ ਨਾਲ ਅਗਾਂਹ ਪਿਛਾਂ ਵੇਖਿਆ ਜਾ ਸਕਦਾ ਹੈ। ਤੋ ਰਵਿਦਾਸ ਵੀ ਪੁਨਰ ਜਨਮ ਦਾ ਪੂਰਾ ਬੋਧ ਰੱਖਦੇ ਨੇ, ਗਿਆਨ ਰੱਖਦੇ ਨੇ। ਸ਼ਮਸ ਤਬਰੇਜ਼ ਕਹਿੰਦੇ ਨੇ ਕਿ ਮੇਰਾ ਹਰ ਜਨਮ ਇਸ ਢੰਗ ਨਾਲ ਨਿਸਫਲ ਚਲਾ ਗਿਆ। ਇੱਕ ਦਿਨ ਐਸਾ ਹੋਇਆ ਕਿ ਜਿਸ ਨੂੰ ਮੈਂ ਆਵਾਜ਼ਾਂ ਮਾਰਦਾ ਸੀ, ਜਿਹਨੂੰ ਆਪਣੇ ਮੈਂ ਹਿਰਦੇ ਦੇ ਘਰ ਦੇ ਵਿੱਚ ਮਹਿਮਾਨ ਬਣਾਉਣਾ ਚਾਹੁੰਦਾ ਸੀ, ਉਹ ਮਹਿਮਾਨ ਬਣਨ ਲਈ ਰਾਜ਼ੀ ਹੋ ਗਿਆ। ਮੇਰੀ ਖੁਸ਼ੀ ਦੀ ਕੋਈ ਇੰਤਹਾ ਨਾ ਰਹੀ। ਔਰ ਪ੍ਰਭੂ ਉਹ ਖੁਦਾ ਮੇਰੇ ਨਾਲ ਚੱਲ ਕੇ ਮੇਰੇ ਦੁਆਰ ਤੱਕ ਆਇਆ। ਮੈਂ ਕਿਹਾ ਅੰਦਰ ਪ੍ਰਵੇਸ਼ ਕਰਵਾਓ। ਖੁਦਾ ਨੇ ਕਿਹਾ ਨਹੀਂ, ਅੰਦਰ ਵੇਖ ਮੇਰੇ ਬੈਠਣ ਦੀ ਥਾਂ ਹੈ ਕਿ ਨਹੀਂ। ਕਹਿੰਦੇ ਨੇ ਸ਼ਮਸ ਤਬਰੇਜ਼ ਅੰਦਰ ਝਾਤੀ ਜਦ ਮਾਰਦੇ ਨੇ ਤੇ ਜਿਸ ਸਿੰਘਾਸਣ ਤੇ ਬਿਠਾਣਾ ਸੀ ਖੁਦਾ ਨੂੰ, ਉੱਥੇ ਕ੍ਰੋਧ ਬੈਠਾ ਹੈ, ਉੱਥੇ ਲੋਭ ਬੈਠਾ ਹੈ, ਉੱਥੇ ਹੰਕਾਰ ਬੈਠਾ ਹੈ। ਤੇ ਜਦ ਧੱਕੇ ਮਾਰ ਕੇ ਰਵਿਦਾਸ ਸ਼ਮਸ ਤਬਰੇਜ਼ ਉਹਨਾਂ ਨੂੰ ਕੱਢਦੇ ਨੇ ਤੇ ਖੁਦਾ ਨੂੰ ਕਹਿੰਦੇ ਨੇ ਆ ਅੰਦਰ। ਇਤਨੀ ਦੇਰ ਵਿੱਚ ਹੁੰਦਾ ਕਿ ਉਹ ਕੱਢੇ ਹੋਏ ਫਿਰ ਅੰਦਰ ਆ ਜਾਂਦੇ ਨੇ ਔਰ ਉਹ ਸਿੰਘਾਸਣ ਤੇ ਬੈਠ ਜਾਂਦੇ ਨੇ। ਇਸ ਝਗੜੇ ਦੇ ਵਿੱਚ ਸ਼ਮਸ ਤਬਰੇਜ਼ ਕਹਿੰਦੇ ਨੇ ਮੇਰੀ ਜ਼ਿੰਦਗੀ ਵਿਅਰਥ ਚਲੀ ਗਈ। ਹਕੀਕਤ ਹੈ ਕਹਿਤ ਕਬੀਰੇ ਪੰਚ ਕੋ ਝਗਰੋ, ਝਗਰਤ ਜਨਮ ਗਵਾਇਆ, ਝੂਠੀ ਮਾਇਆ ਸਭ ਜਗ ਬਾਂਧਿਆ, ਮੈਂ ਰਾਮ ਰਮਤ ਸੁਖ ਪਾਇਆ। ਤੋ ਰਵਿਦਾਸ ਕਹਿੰਦੇ ਨੇ ਹੇ ਪ੍ਰਭੂ, ਮੈਂ ਬਹੁਤ ਜਨਮਾਂ ਤੋਂ ਵਿਛੜਿਆ ਰਿਹਾ, ਅਦ ਕੀ ਬਖਸ਼ਿਸ਼ ਕਰ, ਅਦ ਕੀ ਰਹਿਮਤ ਕਰ, ਤੂੰ ਮੇਰੇ ਹਿਰਦੇ ਵਿੱਚ ਆਣ ਕੇ ਵਸ ਤਾਂ ਕਿ ਜਨਮ ਮਰਨ ਤੋਂ ਛੁਟਕਾਰਾ ਹੋਵੇ। ਨਿਰਮਾਣਤਾ ਆਪ ਦੀ ਇਤਨੀ ਜ਼ਿਆਦਾ ਹੈ ਕਿ ਜਦ ਆਪ ਦੇ ਭਗਤੀ ਭਾਵ ਦਾ ਚਾਰੋਂ ਪਾਸੇ ਪ੍ਰਭਾਵ ਪਿਆ, ਆਪ ਦੇ ਗੁਣਾਂ ਦੀ ਮਹਿਕ ਜਦ ਚਾਰੋਂ ਪਾਸੇ ਫੈਲੀ ਤੇ ਕੁਦਰਤੀ ਸੀ ਇਸ ਤੋਂ ਨਾ ਚਾਹੁੰਦੇ ਹੋਇਆਂ ਵੀ ਲੋਕਾਂ ਨੇ, ਪ੍ਰੋਹਤ ਲੋਕਾਂ ਨੇ ਵੀ ਮੁਅੱਤਰ ਹੋਣਾ ਸੀ। ਤੋ ਬਨਾਰਸ ਦਾ ਜੋ ਮੁਖੀ ਪ੍ਰੋਹਤ ਸੀ, ਇੱਕ ਦਿਨ ਗੁਣਾਂ ਤੋਂ ਪ੍ਰਭਾਵਿਤ ਹੋ ਕੇ, ਭਗਤੀ ਭਾਵ ਤੋਂ ਪ੍ਰਭਾਵਿਤ ਹੋ ਕੇ ਆਪ ਦੇ ਕਦਮਾਂ ਤੇ ਆ ਕੇ ਡਿੱਗਿਆ। ਰਵਿਦਾਸ ਦੇ ਉੱਤੇ ਇੱਕਦਮ ਬਿਸਮਾਦ ਤਾਰੀ ਹੋ ਗਿਆ ਕਿ ਮੁਖੀ ਪ੍ਰੋਹਤ, ਬਨਾਰਸ ਦੀ ਸਿਰਮੌਰ ਹਸਤੀ, ਉਹਦਾ ਮਸਤਕ ਮੇਰੇ ਕਦਮਾਂ ਤੇ। ਤੋ ਨਿਰਮਾਣਤਾ ਦੀ ਹੱਦ ਹੈ ਰਵਿਦਾਸ ਦੀ। ਆਪ ਕਹਿੰਦੇ ਨੇ ਮੇਰੀ ਜਾਤ ਕੁਡਵਾਂਡਲਾ ਢੋਰ ਢੁਵੰਤਾ, ਅਜ ਹੂੰ ਬਨਾਰਸੀ ਆਸ ਪਾਸਾ। ਮੈਂ ਤੇ ਇੱਕ ਚਮਾਰ ਦਾ ਪੁੱਤਰ ਹਾਂ। ਮੇਰਾ ਜਨਮ ਉਸ ਘਰਾਣੇ ਵਿੱਚ ਹੋਇਆ ਹੈ ਜਿਹੜੇ ਮੋਏ ਹੋਏ ਢੋਰਾਂ ਦੀ ਖਲ ਲਾਂਦੇ ਨੇ, ਔਰ ਅਜ ਹੂੰ ਬਨਾਰਸੀ ਆਸ ਪਾਸਾ। ਉਹ ਤੇ ਅੱਜ ਵੀ ਬਨਾਰਸ ਦੇ ਆਲੇ ਦੁਆਲੇ ਮੇਰੀ ਜ਼ਾਤ ਦੇ ਬੰਦੇ ਮੋਏ ਹੋਏ ਢੋਰਾਂ ਦੀ ਖਲ ਲਾਂਦੇ ਨੇ। ਮੇਰੀ ਜਾਤ ਕੁਟਬਾਂਡਲਾ ਢੋਰ ਢੋਵੰਤਾ, ਅਜ ਹੂੰ ਬਨਾਰਸੀ
आस पासा, पर अब विपर ते प्रधान करे डंडौत, तेरे नाए शरणाए रविदास दासा। हे प्रभु, हुण ते प्रधान विपर मुखी पुरोहित मैनू सजदा करदा है, मैनू मत्था टेकदा है, पर हे प्रभु ये मैनू नहीं मत्था टेक रहा, ये तैनू ही मत्था टेक रहा है, क्योंकि तू मेरे हिरदे च आण के वसे है। जिस दिन दा तू मेरे हिरदे च आण के वसे है, उस दिन दा मैं चमार नहीं ब्राह्मण हो गया, उस दिन दा मैं अछूत नहीं पावन हो गया, उस दिन दा मैं तुच्छ नहीं श्रेष्ठ हो गया। और उस दिन दा मैं ये भी महसूस कर रहा कि हुण तेरे ते मेरे विच कोई अंतरा भी नहीं रहा। तो ही मोही अंतर कैसा, कनक कटक जल तरंग जैसा। इति इतना ही भेद है जैसे सोना ते सोने दे गहने। लेकिन ये भेद भी मेरा मिट गया। इस तो पहले मैं भरम दे जरूर सी, माधवे क्या कहिए भ्रम ऐसा, जैसा मानिए होए न तैसा। नरपत एक सिंहासन सोया, सुपने भया भिखारी, अछत राज बिछरत दुख पाया, सोगत भई हमारी। ये अवस्था मेरी रही है जैसे कोई राजा सौ जाए ते सुपने च भिखारी हो जाए, ते दर दर भिक्षा मंगे, ते दुखी हो रहे होवे, बेचैन हो रहे होवे, रो रहे होवे, है ते हो राजा पर नींद करके भिखारी बन गया है। ते हर मनुख राम दी ही अंश, प्रभु दी ही अंश, पर अज्ञान वश होके अपने आप नू ये शरीर समझ बैठा है और जन्म मरण दे दुख नू सहारण वाला मन बैठा है, संसार दीयां विपतावां सहेड़ बैठा है। जिस दिन ज्ञान उदय होंदा है, जिस दिन प्रकाश होंदा है, उस दिन इसनू पता चलता है। जिस दिन जागृत अवस्था प्राप्त होंदी है, उस दिन इसनू बोध होंदा है मैं ते राजा हां, भिखारी नहीं, मैं ते शहनशाह। तो नरपत एक सिंहासन सोया, सुपने भया भिखारी, अछत राज बिछरत दुख पाया, सोगत भई हमारी। राज भयंग प्रसंग जैसे हैं, अब कछ मर्म जनाया, अनेक कटक जैसे भूल परे, अब कहते कहन ना आया। बड़ा सुंदर उदाहरण देता है कि गली दे चों एक मनुख लंघिया जा रहा है, रस्सी पई है, अंधेरा है, तो अंधेरे ने भरम पैदा कीता, भरम ने रस्सी नू सप बना दिता, ते जद रस्सी सप बन गई तो सप ने डर पैदा कर दिता, ते जद डर पैदा हो गया तो चलना रुक गया, सफर रुक गया। किसी ने लालटेन आके जलाई, ते लालटेन दे रोशन होंदियां अंधेरा चला गया, अंधेरा चला गया, भरम चला गया, भरम चला गया तो सप भी चला गया, सप चला गया तो डर भी चला गया, और डर चला गया तो सफर दा जो है होना भी जारी हो गया। कदम चलने आरंभ हो गए, पैर रुके हुए चल पे। श्री रविदास जी महाराज कहते ने इस तरह भरम दे च मैं रहा, पर हुण ए भरम दी निवृत्ति हो गई है। हुण ते हे प्रभु तो ही मोही अंतर कैसा, कनक कटक जल तरंग जैसा। हुण ते मैं तेरा रूप हो गया, तू मेरे अंदर की बैठा है कि मैं तेरा ही रूप हो गया। भावें मैं अछूत सी, पर हुण मैं पावन हो गया।